Hello friends and viewers, my name is Gurpreet Kaur. I am your IELTS trainer. How are you? I think you are good and I am also fine. In today's video, we are going to talk regarding a bar chart, that is the two bar charts, which is the single year bar chart, and we are going to explain it. And I will give you the whole bar chart in a written form by which you will be able to score good band by writing these kind of bar chart in your IELTS examination. ਇਹਦੇ ਵਿੱਚ ਕੀ ਕਿਹਾ ਹੈ ਉਹਨਾਂ ਨੇ, ਯੂ ਸ਼ੁੱਡ ਸਪੈਂਡ ਅਬਾਊਟ 20 ਮਿੰਟਸ ਔਨ ਦਿਸ ਟਾਸਕ। ਇਹ ਆਪਾਂ ਨੂੰ ਪਤਾ ਹੀ ਹੁੰਦਾ ਹੈ, ਰਾਈਟ ਐਟਲੀਸਟ 150 ਵਰਡਸ, ਇਹ ਵੀ ਆਪਾਂ ਨੂੰ ਪਤਾ ਹੁੰਦਾ। ਕੀ ਕਹਿ ਰਹੇ ਆ, ਦ ਚਾਰਟਸ ਬਿਲੋ ਸ਼ੋ ਦ ਐਵਰੇਜ ਨੰਬਰ ਆਫ ਕੈਲੋਰੀਜ਼ that is amount of energy in food and drink। ठीक है, ਵੀ ਨੰਬਰ ਆਫ ਕੈਲੋਰੀਜ਼ ਆ, ਐਵਰੇਜ ਨੰਬਰ ਆਫ ਕੈਲੋਰੀਜ਼ ਆ, ਮਤਲਬ ਐਵਰੇਜ ਕਿੰਨਾ ਲੈਂਦੇ ਆ ਲੋਕੀ। that a person consumes daily in 5 different countries, ਰੋਜ਼ ਰੋਜ਼ ਕਿਵੇਂ ਲੈਂਦੇ ਆ ਉਹ 5 different countries ਦੇ ਵਿੱਚ। and the percentage of adult population that was overweight or obese in 2030 in those countries। ਜਿਹੜੇ ਅਡਲਟ ਪੀਪਲ ਸੀਗੇ, ਜਿਹੜੇ ਓਵਰਵੇਟ ਸੀਗੇ 2013 ਦੇ ਵਿੱਚ, ਉਹਨਾਂ ਦੀ ਪਰਸੈਂਟੇਜ ਬਾਰੇ ਦੱਸਿਆ ਹੋਇਆ। ਠੀਕ ਹੈ, ਜਿਹੜਾ ਪਹਿਲਾ ਬਾਰ ਚਾਰਟ ਆ ਉਹ ਆਪਾਂ ਨੂੰ ਪ੍ਰੈਜ਼ੈਂਟ ਦਿੱਤਾ ਹੋਇਆ, ਜਿਹੜਾ ਦੂਜਾ ਬਾਰ ਚਾਰਟ ਆ ਉਹ ਆਪਾਂ ਨੂੰ ਪਾਸਟ 'ਚ ਦਿੱਤਾ ਹੋਇਆ। ਕਿਉਂਕਿ ਇਹ ਕੀ ਕਹਿ ਰਿਹਾ, ਪਰਸਨ ਕੰਜ਼ਿਊਮਸ ਡੇਲੀ, ਮਤਲਬ ਡੇਲੀ ਕੰਜ਼ਿਊਮ ਕਰਦਾ ਹੈ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਲੱਗਾ ਹੋਇਆ, ਇਹਦੇ ਵਿੱਚ ਉਹਨਾਂ ਨੇ ਲਿਖਿਆ ਵਾਜ਼ ਓਵਰਵੇਟ। ਠੀਕ ਹੈ, ਪਹਿਲਾਂ ਜਿਹੜਾ ਬਾਰ ਚਾਰਟ ਹੈ ਉਹਦੇ ਵਿੱਚ ਆਪਾਂ ਕੀ ਦੇਖੋ ਕਿਵੇਂ ਲਿਖਿਆ ਹੋਇਆ ਇਹਨਾਂ ਨੇ। ਇੱਧਰੋਂ 0 to 4000 ਤੱਕ ਆਪਾਂ ਨੂੰ ਕੈਲੋਰੀਜ਼ ਦੱਸੀਆਂ ਉਹਨਾਂ ਨੇ। ਐਵਰੇਜ ਡੇਲੀ ਇਨਟੇਕ ਇਹ ਵਾਲੀ, ਜਿਹੜੀ ਐਵਰੇਜ ਡੇਲੀ ਇਨਟੇਕ ਇਹ ਵਾਲੀ, ਅਤੇ ਇਹ US, ਇਟਲੀ, UK, ਇੰਡੀਆ ਅਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ, ਇਹਨਾਂ ਬਾਰੇ ਗੱਲ ਕੀਤੀ ਹੋਈ ਹੈ। ਜਿਹੜੀ ਇੱਕ ਆਹ ਵਾਲੀ ਲਾਈਨਸ ਜਾ ਰਹੀਆਂ, ਇੱਕ ਇਹ ਵਾਲੀ ਲਾਈਨ ਜਾ ਰਹੀ ਹੈ ਅਤੇ ਇਹ ਵਾਲੀ ਲਾਈਨ ਜਾ ਰਹੀ ਹੈ, ਇਹ ਇੰਡੀਕੇਸ਼ਨ ਆ ਵੀ ਮੈਨ ਅਤੇ ਵੂਮੈਨ ਨੇ ਕਿੰਨੀਆਂ ਕੈਲੋਰੀਜ਼ ਡੇਲੀ ਦੀਆਂ ਲੈਣੀਆਂ ਹੁੰਦੀਆਂ। ਰੈਕਮੈਂਡਡ ਡੇਲੀ ਕੈਲੋਰੀਜ਼ ਫॉर ਮੈਨ ਜਿਹੜੀਆਂ ਕੀ ਆ ਆਲਮੋਸਟ 2400 ਆਪਾਂ ਕਹਿ ਸਕਦੇ ਹਾਂ। ਜਿਹੜੀਆਂ ਰੈਕਮੈਂਡਡ ਡੇਲੀ ਕੈਲੋਰੀਜ਼ ਫॉर ਵੂਮੈਨ ਆ ਉਹ ਕੀ ਆ ਆਲਮੋਸਟ 2100 ਹੈ। ਇਹ ਆਪਾਂ ਪ੍ਰੈਜ਼ੈਂਟ ਦੇ ਵਿੱਚ ਲਿਖਾਂਗੇ ਸਾਰਾ ਇਹ ਵਾਲਾ, ਅਤੇ ਦੂਜਾ ਜਿਹੜਾ ਹੈ ਉਹ ਆਪਾਂ ਪਾਸਟ 'ਚ ਲਿਖਾਂਗੇ। ਪਾਸਟ 'ਚ ਕਿਵੇਂ ਲਿਖੂੰਗੇ, ਦ ਪਰਸੈਂਟੇਜ ਆਫ ਪਾਪੂਲੇਸ਼ਨ ਏਜਡ 20 ਔਰ ਅਬਵ ਐਂਡ ਓਵਰ। ਠੀਕ ਹੈ, 20 ਜਾਂ 20 ਤੋਂ ਉੱਪਰ ਜਿਹੜੇ ਏਜ ਦੀ ਪਾਪੂਲੇਸ਼ਨ ਸੀਗੀ ਉਹਨਾਂ ਦੀ ਪਰਸੈਂਟੇਜ ਬਾਰੇ ਗੱਲ ਕੀਤੀ ਆ। that was overweight or obese in 2013। 2013 ਦੇ ਵਿੱਚ ਜਿਹੜੇ ਲੋਕੀ ਓਬੀਜ਼ ਸੀਗੇ ਜਾਂ ਫਿਰ ਓਵਰਵੇਟ ਸੀਗੇ ਉਹਨਾਂ ਦੀ ਪਰਸੈਂਟੇਜ ਬਾਰੇ ਗੱਲ ਕੀਤੀ ਹੋਈ ਹੈ ਵੀ ਉਹ ਕਿੰਨੀ ਪਰਸੈਂਟੇਜ ਸੀਗੀ। ਇਹਨਾਂ ਨੇ 0 to 70% ਤੱਕ ਆਪਾਂ ਨੂੰ ਕਿਹਾ ਹੋਇਆ। US ਦੇ ਵਿੱਚ ਜਿੰਨੀ ਉਹ ਕੈਲੋਰੀ ਕੰਜ਼ੰਪਸ਼ਨ ਕਰਦੇ ਸੀ ਉਹਦੇ ਅਕੋਰਡਿੰਗ ਜ਼ਿਆਦਾ ਓਵਰਵੇਟ ਹੈ। ਫਿਰ ਉਸ ਤੋਂ ਬਾਅਦ ਇਟਲੀ, ਫਿਰ UK, ਫਿਰ ਇੰਡੀਆ, ਫਿਰ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ। ਅਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਫਸਟ ਬਾਰ ਚਾਰਟ ਹੈ ਉਹ ਆਪਾਂ ਕਿਵੇਂ ਲਿਖੂੰਗੇ ਮੈਂ ਤੁਹਾਨੂੰ ਦੱਸਦੀ ਹਾਂ। ਪਹਿਲਾਂ ਮੈਂ ਐਕਸਪਲੇਨ ਕਰਦੀ, ਫਿਰ ਮੈਂ ਤੁਹਾਨੂੰ ਲਿਖਿਆ ਹੋਇਆ ਦਿਖਾਉਂਦੀ ਆਪਣਾ ਵੀ ਮੈਂ ਕਿਵੇਂ ਲਿਖਿਆ ਹੈ। ਠੀਕ ਹੈ, ਪਹਿਲਾਂ ਆਪਾਂ ਦੱਸ ਸਕਦੇ ਹਾਂ ਜਿਹੜੀ ਇਹ ਵਾਲੀ ਚੀਜ਼ ਸੀ ਰੈਕਮੈਂਡਡ ਡੇਲੀ ਇਨਟੇਕ ਫॉर ਮੈਨ ਐਂਡ ਵੂਮਨ, ਇਹ ਆਪਾਂ ਸਭ ਤੋਂ ਫਸਟ ਵਾਲੀ ਲਾਈਨ 'ਚ ਲਿਖ ਦਾਂਗੇ ਜਿਹੜਾ ਆਪਾਂ ਪੈਰਾਗ੍ਰਾਫ ਸਟਾਰਟ ਕਰਨਾ ਵੀ ਜਿਹੜਾ ਰੈਕਮੈਂਡਡ ਡੇਲੀ ਇਨਟੇਕ ਸੀਗਾ ਮੈਨ ਦੇ ਲਈ ਇੰਨਾ ਸੀ 2400 ਅਤੇ ਵੂਮਨ ਦੇ ਲਈ 2100 ਹੈ। ਠੀਕ ਹੈ, ਇਹ ਸੇਮ ਆ ਆਪਣੇ ਹੁਣ ਵੀ ਟਾਈਮ ਦੇ ਵਿੱਚ ਇੰਨਾ ਹੀ ਚਾਹੀਦਾ ਉਹਨਾਂ ਨੂੰ ਡੇਲੀ ਇਨਟੇਕ ਲੈਣਾ। ਬਟ ਜਿਹੜੇ US ਦੇ ਵਿੱਚ ਸੀਗੇ ਉਹ ਐਵਰੇਜ ਡੇਲੀ ਇਨਟੇਕ ਕਿੰਨਾ ਸੀ 3770। ਇਹ ਵਾਲੀ ਜਿਹੜੀ ਦੱਸਿਆ ਹੋਇਆ ਨੰਬਰ ਇਹ ਆਪਾਂ ਨੂੰ ਇਹਦੇ 'ਚ ਦੱਸਿਆ ਹੋਇਆ 3770। ਠੀਕ ਹੈ, ਮਤਲਬ ਸਭ ਤੋਂ ਜ਼ਿਆਦਾ ਡੇਲੀ ਇਨਟੇਕ ਕਰਦੇ ਆ US ਦੇ ਵਿੱਚ ਜਿਹੜੇ ਕੀ ਹੈ ਪੀਪਲ ਆ। ਫਿਰ ਉਸ ਤੋਂ ਬਾਅਦ ਫੋਲੋਇੰਗ ਦਿਸ ਜਿਹੜੇ ਇਟਲੀ ਵਾਲੇ ਆ, ਇਟਲੀ ਵਾਲੇ ਕੀ ਕਰਦੇ ਆ 3660 ਕਰਦੇ ਆ। ਫੋਲੋਇੰਗ ਦਿਸ ਵਾਲਾ ਸਟਰਕਚਰ ਲਗਾ ਦਿੱਤਾ ਆਪਾਂ ਨੇ। ਫਿਰ ਉਸ ਤੋਂ ਬਾਅਦ UK ਦੇ ਵਿੱਚ ਕੀ 3440 ਕਰਦੇ ਆ ਜਿਹੜਾ ਘਟੀ ਜਾ ਰਿਹਾ। ਫਿਰ ਇੰਡੀਆ ਦੇ ਵਿੱਚ ਕਰਦੇ ਆ, ਇੰਡੀਆ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਇੰਡੀਅਨ ਪੀਪਲ ਆ ਉਹ ਕੀ ਆ ਲਿਮਿਟ ਤੱਕ ਹੀ ਕਰਦੇ, ਅਪ ਟੂ ਦਾ ਲਿਮਿਟ ਹੀ ਉਹ ਕੰਜ਼ਿਊਮ ਕਰਦੇ ਇਹਨਾਂ ਚੀਜ਼ਾਂ ਨੂੰ, ਉਸ ਤੋਂ ਬਾਅਦ ਜ਼ਿਆਦਾ ਉਹ ਕੰਜ਼ਿਊਮ ਨਹੀਂ ਕਰਦੇ ਕੈਲੋਰੀਜ਼ ਨੂੰ। ਫਿਰ ਉਸ ਤੋਂ ਬਾਅਦ ਕੀ ਆ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ, ਅਤੇ ਇਹ ਸਭ ਤੋਂ ਘੱਟ ਲੀਸਟ ਜਿਹੜੀਆਂ ਆ ਕੈਲੋਰੀਜ਼ ਨੂੰ ਲੈਂਦੇ ਆ, ਜਿਹਦੇ ਨਾਲ ਕੀ ਇਹ ਕੈਲੋਰੀ ਡੈਫੀਸ਼ੀਐਂਟ ਡਾਈਟ ਲੈਂਦੇ ਆ ਆਪਾਂ ਇਹ ਕਹਿ ਸਕਦੇ ਹਾਂ। ਫੂਡ ਅਤੇ ਡਰਿੰਕ ਜਿਹੜੀ ਐਨਰਜੀ ਘੱਟ ਹੁੰਦੀ, ਸਭ ਤੋਂ ਘੱਟ ਐਨਰਜੀ ਵਾਲੀ ਫੂਡ ਅਤੇ ਡਰਿੰਕ ਆ ਉਹ ਇਹ ਵਾਲੇ ਪੀਪਲ ਪ੍ਰੈਫਰ ਕਰਦੇ ਆ। ਇਹ ਆਪਾਂ ਲਿਖੂੰਗੇ ਇੰਗਲਿਸ਼ ਦੇ ਵਿੱਚ। ਫਿਰ ਉਸ ਤੋਂ ਬਾਅਦ ਪਰਸੈਂਟੇਜ ਆਫ ਓਵਰਵੇਟ ਪੀਪਲ, ਪਹਿਲਾਂ ਆਪਾਂ ਇਹ ਕਹਿ ਸਕਦੇ ਹਾਂ ਐਜ਼ ਵੀ ਜਿੰਨੀਆਂ ਉਹ ਕੈਲੋਰੀਜ਼ ਇਨਟੇਕ ਲੈਂਦੇ ਸੀਗੇ ਇਹਦੇ ਅਕੋਰਡਿੰਗ ਕੀ ਆ ਸਾਈਮਲਟੇਨੀਅਸਲੀ ਜਿਹੜਾ ਸਿਮਿਲਰਲੀ ਜਿਹੜੀ ਪ੍ਰਪੋਰਸ਼ਨ ਆਫ ਓਵਰਵੇਟ ਪੀਪਲ ਆ US ਦੇ ਵਿੱਚ ਉਹ ਸਭ ਤੋਂ ਜ਼ਿਆਦਾ ਹੈ। ਉਸ ਤੋਂ ਬਾਅਦ ਫੋਲੋਇੰਗ ਦਿਸ ਇਟਲੀ ਆ, ਫਿਰ UK ਹੈ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ UK ਅਤੇ ਇਟਲੀ ਦੇ ਵਿੱਚ ਬਹੁਤ ਘੱਟ ਡਿਫਰੈਂਸ ਸੀ, ਆਲਮੋਸਟ 5% ਦਾ ਆਪਾਂ ਡਿਫਰੈਂਸ ਕਹਿ ਸਕਦੇ ਹਾਂ।
3% ਦੇ, क्योंकि ये 63 का बनता है तो ये 68 बनता, 5% का डिफरेंस अपने को, ठीक है। फिर आप ये कह सकते 5% का डिफरेंस देखने को मिला उत्थे। ਜਿਹੜੇ ਇੰਡੀਅਨ ਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਸੀਗੇ, ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਰਿਸਪੈਕਟਿਵਲੀ ਵਾਲਾ ਸਾਈਨ ਸਟਰਕਚਰ ਲਗਾ ਕੇ ਆਪਾਂ ਯੂਜ਼ ਕਰ ਸਕਦੇ ਹਾਂ ਵੀ 42% ਇਹ ਸੀਗੇ ਤੇ 30% ਇਹ ਸੀਗੇ, ਇਹਦੇ 'ਚ ਆਪਾਂ ਰਿਸਪੈਕਟਿਵਲੀ ਵਾਲਾ ਸਟਰਕਚਰ ਲਗਾ ਦਾਂਗੇ। ਹੁਣ ਮੈਂ ਤੁਹਾਨੂੰ ਦਿਖਾਉਂਦੀ ਕਿ ਮੈਂ ਕਿਵੇਂ ਲਿਖਿਆ ਹੈ। ਦੇਖੋ ਵੀ ਮੈਂ ਕਿਵੇਂ ਲਿਖਿਆ ਹੈ। ਫਸਟ ਆਫ ਆਲ ਆਪਾਂ ਇਹਦੀ ਇੰਟਰੋਡਕਸ਼ਨ ਲਿਖਣੀ ਸੀ। ਇੰਟਰੋਡਕਸ਼ਨ ਆਪਾਂ ਨੂੰ ਇੱਥੇ ਦਿੱਤੀ ਹੋਈ ਸੀਗੀ ਕਿ ਆਪਾਂ ਕਿਵੇਂ ਕਰ ਸਕਦੇ ਹਾਂ। ਚਾਰਟ ਆਪਾਂ ਨੂੰ ਕੀ ਦੱਸਦਾ, ਪਹਿਲਾਂ ਆਪਾਂ ਨੂੰ ਡੇਲੀ ਕੰਜ਼ੰਪਸ਼ਨ ਬਾਰੇ ਦੱਸਦਾ ਹੈ ਤੇ ਦੂਜਾ ਕਿ ਆਪਾਂ ਨੂੰ ਦੱਸਦਾ ਓਵਰਵੀਟ ਪੀਪਲ ਜਿਹੜੇ ਸੀਗੇ ਇਹਨਾਂ ਕੰਟਰੀਜ਼ ਦੇ ਵਿੱਚ 2013 ਦੇ ਵਿੱਚ ਕਿੰਨੇ ਸੀ ਉਹਦੇ ਬਾਰੇ ਦੱਸਦਾ। ਮੈਂ ਕੀ ਕੀਤਾ, ਮੈਂ ਜਸਟ ਉਹਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਲਿਖਿਆ ਹੈ, ਜ਼ਿਆਦਾ ਕੁਝ ਮੈਂ ਚੇਂਜ ਨਹੀਂ ਕੀਤਾ। ਦ ਪ੍ਰੋਵਾਈਡਡ ਫਸਟ ਬਾਰ ਚਾਰਟ ਰਿਪਰੈਜ਼ੈਂਟਸ ਡੇਲੀ ਕੈਲੋਰੀ ਕੰਜ਼ੰਪਸ਼ਨ ਅਮੰਗ ਰੈਜ਼ੀਡੈਂਟਸ ਆਫ 5 ਡਿਸਟਿੰਕਟ ਨੇਸ਼ਨਸ, ਠੀਕ ਹੈ। ਕੈਲੋਰੀ ਕੰਜ਼ੰਪਸ਼ਨ ਕਿੰਨੀ ਆ 5 ਡਿਸਟਿੰਕਟ ਨੇਸ਼ਨ ਦੇ ਵਿੱਚ, 5 ਡਿਫਰੈਂਟ ਨੇਸ਼ਨਸ ਦੇ ਵਿੱਚ, ਉਹਦੇ ਬਾਰੇ ਆਪਾਂ ਨੂੰ ਪਹਿਲਾ ਚਾਰਟ ਦੱਸਦਾ ਪਿਆ। whereas second one explains regarding percentage of fatty citizens in these countries in particular year 2013, मतलब 2013 ਦੇ ਵਿੱਚ ਕਿੰਨੇ ਲੋਕੀ ਸੀਗੇ obese, overweight, fatty people ਸੀਗੇ, ਕਿੰਨੇ ਸੀ ਉਹਨਾਂ ਬਾਰੇ ਦੱਸਦਾ ਪਿਆ ਆਪਾਂ ਨੂੰ 2013 ਦੇ ਵਿੱਚ। ਬਟ ਜਿਹੜਾ ਪਹਿਲਾ ਬਾਰ ਚਾਰਟ ਹੈ ਉਹ ਆਪਾਂ ਨੂੰ ਕੀ ਦੱਸਦਾ ਆ ਵੀ ਲੋਕੀ ਕਿੰਨੀਆਂ ਕੰਜ਼ਿਊਮ ਕਰਦੇ ਆ, ਡੇਲੀ ਇਨਟੇਕ ਕਿੰਨਾ ਆ ਉਹਨਾਂ ਦਾ। ਇਹ ਆਪਣੀ ਇੰਟਰੋਡਕਸ਼ਨ। ਫਿਰ ਮੈਂ ਨਾਲ ਦੀ ਨਾਲ ਹੀ ਓਵਰਆਲ ਲਿਖ ਦਿੱਤਾ। ਆਪਾਂ ਬਾਅਦ ਵਿੱਚ ਵੀ ਲਿਖ ਸਕਦੇ ਹਾਂ, ਸੀਕੁਐਂਸ ਚੇਂਜ ਵੀ ਕਰ ਸਕਦੇ ਹਾਂ, ਬਟ ਨਾਲ ਦੀ ਨਾਲ ਮੈਨੂੰ ਲੱਗਾ ਕਿ ਸ਼ਾਇਦ ਮੈਂ ਓਵਰਆਲ ਵਧੀਆ ਲਿਖ ਸਕਦੀ ਹਾਂ, ਤਾਂ ਕਰਕੇ ਪਹਿਲਾਂ ਮੈਂ ਓਵਰਆਲ ਲਿਖ ਦਿੱਤਾ, ਫਿਰ ਉਸ ਤੋਂ ਬਾਅਦ ਮੈਂ ਐਕਸਪਲੇਨ ਕਰ ਸਕਦੀ ਹਾਂ, ਕਿਉਂਕਿ ਆਪਾਂ ਨੂੰ ਫਿਰ ਕਈ ਵਾਰੀ ਓਵਰਆਲ ਲਿਖਣ ਦਾ ਟਾਈਮ ਨਹੀਂ ਰਹਿੰਦਾ। ਫਿਰ ਓਵਰਆਲ ਦੇ ਵਿੱਚ ਆਪਾਂ ਨੇ ਕੀ ਦੱਸਣਾ ਹੁੰਦਾ, ਜ਼ਿਆਦਾ ਤੋਂ ਜ਼ਿਆਦਾ ਆਪਾਂ ਨੇ ਜੇ 6 ਬੈਂਡਸ ਲੈਣੇ ਆ ਆਪਾਂ ਹਮੇਸ਼ਾ ਇੱਕ ਲਾਈਨ ਦੇ ਵਿੱਚ ਓਵਰਆਲ ਕੰਪਲੀਟ ਕਰਦੇ ਹਾਂ। ਜੇ ਆਪਾਂ ਨੇ 7 ਬੈਂਡਸ ਲੈਣੇ ਆ ਆਪਾਂ 2 ਲਾਈਨ ਦੇ ਵਿੱਚ ਓਵਰਆਲ ਕੰਪਲੀਟ ਕਰਦੇ ਹਾਂ। ਉਹਨਾਂ ਨੇ ਲਿਖਿਆ ਵੀ ਹੁੰਦਾ ਨਾ ਵੀ ਸਮਰਾਈਜ਼ ਦ ਇਨਫੋਰਮੇਸ਼ਨ ਬਾਈ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ ਐਂਡ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਇਨਫੋਰਮੇਸ਼ਨ ਨੂੰ ਸਮਰਾਈਜ਼ ਕਰਨਾ ਹੈ ਜਿੱਥੇ ਆਪਣੇ ਕੋਲ ਕੀ ਆ ਮੇਨ ਫੀਚਰਸ ਨੂੰ ਦੱਸ ਕੇ, ਤੇ ਜਿੱਥੇ ਕੰਪੈਰੀਜ਼ਨ ਹੁੰਦਾ ਪਿਆ ਉੱਥੇ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ। ਤੇ ਐਵੇਂ ਹੀ ਆਪਾਂ ਕੀਤਾ ਹੈ ਓਵਰਆਲ ਦੇ ਵਿੱਚ। ਇਹ ਆਪਣਾ ਜਿਹੜਾ ਪੂਰਾ ਟਾਸਕ ਆ 7 ਬੈਂਡਸ ਜਾਂ 7 ਅਬਵ ਬੈਂਡ ਤੁਹਾਨੂੰ ਆ ਸਕਦੇ ਜੇ ਤੁਸੀਂ ਇੱਦਾਂ ਦਾ ਲਿਖਦੇ ਆ। ਤੇ ਇਟ ਕੈਨ ਬੀ ਕਲੀਅਰਲੀ ਸੀਨ ਦੈਟ ਯੂਨਾਈਟਿਡ ਸਟੇਟਸ ਪੀਪਲ give more preference to caloric rich diet, therefore were the most victim of obesity, ठीक है। मतलब ਜਿਹੜੇ ਯੂਨਾਈਟਿਡ ਸਟੇਟ ਦੇ ਲੋਕੀ ਸੀਗੇ ਉਹਨਾਂ ਨੇ ਸਭ ਤੋਂ ਜ਼ਿਆਦਾ ਪ੍ਰੈਫਰੈਂਸ ਦਿੱਤੀ ਕੈਲੋਰਿਕ ਰਿਚ ਡਾਈਟ ਨੂੰ, ਤੇ ਤਾਂ ਕਰਕੇ ਉਹ ਕੀ ਹੈ ਜ਼ਿਆਦਾ ਓਵਰਵੇਟ ਸੀਗੇ ਉਸ ਸਾਲ ਦੇ ਵਿੱਚ। ਇਨ ਕੰਟਰਾਸਟ ਟੂ ਮਤਲਬ ਹੋਰ ਦੀ ਜਿਹਦੇ ਕੰਟਰਾਸਟ ਦੇ ਵਿੱਚ ਹੁਣ ਆਪਾਂ ਗੱਲ ਕਰ ਰਹੇ। In contrast to Democratic Republic of Congo, where people are calories deficient and the least obese, मतलब उस ईयर ਦੇ ਵਿੱਚ ਕੀ ਆ ਕੈਲੋਰੀ ਡੈਫੀਸ਼ੀਐਂਟ ਵੀ ਆ ਤੇ ਨਾਲ ਦੀ ਨਾਲ ਕੀ ਆ ਹੁਣ ਲੀਸਟ ਓਬੀਜ਼ ਵੀ ਸੀਗੇ ਉਸ ਪਾਰਟਿਕੂਲਰ ਈਅਰ ਦੇ ਵਿੱਚ। ਹੁਣ ਆਪਾਂ ਅਗਲੇ ਪੈਰਾਗ੍ਰਾਫਸ ਦੇਖਦੇ ਹਾਂ ਪੈਰਾਗ੍ਰਾਫਸ ਕਿਵੇਂ ਲਿਖਿਆ। ਫਸਟ ਕੀ ਕੀਤਾ ਮੈਂ ਇਨਫੋਰਮਰ ਚਾਰਟ, ਮਤਲਬ ਫਾਰਮਰ ਚਾਰਟ ਦੇ ਰਿਗਾਰਡਿੰਗ ਜਿਹੜਾ ਕਿ ਆਪਾਂ ਨੂੰ ਕਿ ਡੇਲੀ ਇਨਟੇਕ ਬਾਰੇ ਦੱਸਿਆ ਹੋਇਆ ਉਹਦੇ ਰਿਗਾਰਡਿੰਗ 2400 and 2100 ਯੂਨਿਟਸ ਆਰ ਪ੍ਰਿਸਕ੍ਰਾਈਬਡ ਟੂ ਵੂਮਨ ਐਂਡ ਮੈਨ ਰਿਸਪੈਕਟਿਵਲੀ। ਮਤਲਬ ਕੀ ਆ ਇੰਨੀਆਂ ਕੈਲੋਰੀਜ਼ ਦੀਆਂ ਯੂਨਿਟ ਲੈਣੀਆਂ ਆ, 2400 ਬੰਦਿਆਂ ਨੇ ਲੈਣੀਆਂ, 2100 ਬੁੱਢੀਆਂ ਨੇ ਲੈਣੀਆਂ, ਇਹ ਪ੍ਰਿਸਕ੍ਰਾਈਬ ਕੀਤੀਆਂ ਗਈਆਂ। ਪਬਲਿਕ ਆਫ America used to take 3770 calories daily, ਠੀਕ ਹੈ। ਮਤਲਬ ਕੀ ਆ ਉਹ ਕੀ ਆ ਡੇਲੀ ਇਹ ਲੈਂਦੀ। ਯੂਜ਼ ਟੂ ਮਤਲਬ ਉਹ ਅੱਜ ਵੀ ਇਹ ਚੀਜ਼ਾਂ ਕਰਦੇ ਆ। ਯੂਜ਼ ਟੂ ਆਪਾਂ ਉੱਥੇ ਸਟਰਕਚਰ ਲਗਾਉਂਦੇ ਆ। ਕੈਲੋਰੀਜ਼ ਡੇਲੀ ਵਿਚ ਇਜ਼ ਕੁਆਇਟ ਹਾਇਰ ਦੈਨ ਸੁਜੈਸਟਡ, ਜਿਹੜਾ ਕੀ ਆ ਕਾਫੀ ਜ਼ਿਆਦਾ ਆ ਸੁਜੈਸਟ ਜਿੰਨਾ ਕੀਤਾ ਗਿਆ ਉਹਦੇ ਨਾਲੋਂ, ਕਿਉਂਕਿ 2400 ਤੇ 2100 ਕਿਹਾ ਸੀਗਾ ਬਟ ਇਹ 3700 ਲੈਂਦੇ ਆ, ਤਾਂ ਕਰਕੇ ਇਹ ਕਾਫੀ ਜ਼ਿਆਦਾ ਹੈ। ਫਿਰ ਉਸ ਤੋਂ ਬਾਅਦ ਨੈਕਸਟ ਲਾਈਨ Italy follows this country with 3660 units per day, मतलब कि इटली भी इस कंट्री ਨੂੰ फॉलो करती है जिथे की है 3660 यूनिट डेली ਦੀਆਂ ਲਈਆਂ ਜਾਂਦੀਆਂ। फिर उस तो बाद 3440 यूनिट्स आर कंज्यूम्ड by dwellers of England। इंग्लैंड ਦੇ ਜਿਹੜੇ ਲੋਕੀ ਆ ਉਹ ਕੀ ਆ 3440 यूनिट ਲੈਂਦੇ ਆ ਡੇਲੀ ਦੀਆਂ ਕੈਲੋਰੀਜ਼ ਦੀਆਂ 3440 यूनिट्स ਲੈਂਦੇ ਆ। ਫਿਰ ਉਸ ਤੋਂ ਬਾਅਦ ਇਨਟੇਕ ਆਫ calories in Indian people is up to the limit 2300 units।
इनू मैं की किया ब्रैकेट दे विच लिख दिता भी उन्हां दे कैलोरी इनटेक किन्ना की आ 2300 यूनिट्स आ ओनली 2300 लैंदे आ वो की अप टू द लिमिट। फिर दैन नैक्सट रेजिडेंट्स ऑफ डेमोक्रेटिक रिपब्लिक ऑफ कॉन्गो are the minimum interested in food with more calories that is 1590 therefore are malnourished। ठीक है मतलब की है रेजिडेंट्स ऑफ कॉन्गो आ जड़े वो सब तो घट ये लेंदे आ मिनिमम इनटेक करते आ फूड का मिनिमम लेंदे आ जिहड़े कैलोरिक रिच डाइट आ वो बहुत घट लेंदे आ तां करके की आ 1590 ही उन्हां दे हैगा आ अमाउंट जिहड़ा डेली इनटेक आ जिहदे करके कि माल नरिश्ड आ क्योंकि वो की आ लिमिट तो घट आ लिमिट आपां नूं किन्नी सी 2400 ते 2100 ते ये अपने कोल काफ़ी ज़्यादा घट आ लिमिट तो तां करके। फिर उस तो बाद हुण आपां एक पैराग्राफ कंप्लीट कर दिता हुण आपां दूजी रेशो बारे गल करांगे। रेशो वाला जिहड़ा सीगा पैसेज ऑफ पास्ट दे विच बनाउणा सी इहदे विच की कीता इन केस ऑफ रेशियो ऑफ ओबीज्ड सिटीजनस ओबीज्ड सिटीजन दी रेशियो दे रिगार्डिंग की हुंदा आ अमेरिका स्टूड एट द टॉप वेयर 70% पीपल वर रिकॉर्डेड बीइंग ओवरवेट जिथे कि 70% लोग रिकॉर्ड किए गए आ दसिया गया आ जेडे कि ओवरवेट आ वाइल लिटिल डिफरेंस वॉज नोटिस्ड in proportion of obesity among Italian and Britishers मतलब कि आ बहुत घट जिहड़ा सीगा डिफरेंस देखा गया सीगा इटैलीअन पीपल दे विच ते ब्रिटिशर पीपल दे विच क्योंकि वो बहुत घट खांदे सी इन्हां नूं मतलब इन्हां दोनों दे विच काफ़ी घट डिफरेंस सीगा विद 5% सिर्फ 5% दे नाल ही डिफरेंस सी 5% दा ही डिफरेंस सीगा इन्हां दोनों दे विच। फिर उस तो बाद की किया 43% एंड 30% पीपल वर फॉलिंग टू ओबेसिटी इन इंडिया एंड डेमोक्रेटिक रिपब्लिक ऑफ कॉन्गो रिस्पैक्टिवली मतलब कि जस्ट 43% 30% पीपल सीगे जेडे कि ओबेसिटी का शिकार होए सीगे इंडिया दे विच ते डेमोक्रेटिक रिपब्लिक ऑफ कॉन्गो दे विच उस ईयर दे विच रिस्पैक्टिवली वाला स्ट्रक्चर लगा दिता। हुण मैं तुहानूं दस दिया कि ये बैंड्स वधिया किवें आ सकते ये अपन फस्ट ऑफ ऑल आपने की वैरायटी ऑफ सेंटेंसिस नूं यूज़ किया है वैरायटी ऑफ टेंस फॉर्म नूं यूज़ किया वोकैबुलरी काफ़ी ज़्यादा हाई यूज़ की अपने जिमें कि फस्ट आप कह दिए रिप्रजेंट्स मैं किया डिपिक्ट्स नहीं लिखा रिप्रजेंट लिखा कैलोरी कंजम्पशन किया यूज़ करना यूटिलाइज करना किन्नी वो खाते अमंग 5 डिस्टिंक्ट वेरीअस लिखा सी डिफरेंस लिखा सी मैं डिस्टिंक्ट लिख दिता इत्थे। वेयर एज मतलब कंट्रास्ट शो करने के लिए यूज़ करते हैं आप इनू एक्सप्लेन्स रिगार्डिंग परसेंटेज ऑफ फैटी सिटीजनस मतलब जिहड़े मोटे लोग आ फैटी सिटीजनस की गल कर दी इन दीज कंट्रीज इन। फिर उस तो बाद ओवरऑल इट कैन बी क्लीयरली सीन दैट ये आप चंगे तरीके दे नाल प्रॉपरली सही तरीके दे नाल देखा जा सकता है। मैं किया टेंस फॉर्म चेंज कर दी ये मैं दोनों प्रेजेंट दे विच लिखे फिर मैं इनू किया पैसिव बना दिता मॉडल्स। यूनाइटेड स्टेट्स पीपल यूनाइटेड स्टेट्स मतलब अमेरिका USA उहदा आपाने सिनोनियम यूज़ कर लिया। गिव मोर प्रैफरेंस मतलब ज़्यादा उन्होंने उन्होंने दिता तवज्जो दी ज़्यादा प्रैफरेंस भी आप लिख सकते हैं। टू कैलोरिक रिच डाइट ये एक की आ कंजंक्शन बन गई अपने को ठीक है कॉलोकेशन बन गई भी ये आप कॉलोकेशन लिख सकते हैं। देयरफॉर वर द मोस्ट विक्टिम ऑफ ओबेसिटी मतलब मैं ये नाल ही रिलेट कर दिता भी जिहदे करके कि वो ज़्यादा विक्टिम सीगे ओबेसिटी दे मैं रिलेशन बना दिता। समराइज द इन्फॉर्मेशन बाय सिलेक्टिंग एंड रिपोर्टिंग द मेन फीचर्स इन कंट्रास्ट टू फिर तो कंट्रास्ट वाला आपने लगाया डेमोक्रेटिक रिपब्लिक ऑफ कॉन्गो पीपल आर कैलोरीज डेफिशिएंट जिथे कि कैलोरिक डेफिशिएंट इत्थे आप लिखिए कैलोरिक रिच इत्थे आप लिखिए कैलोरिक डेफिशिएंट ते लीस्ट ओबीज्ड सीगे उस साल दे विच लीस्ट ओबीज सीगे। फॉर्मर चार्ट पहला वाला ये भी एक वोकैबुलरी दा वर्ड आ। फिर मैं इत्थे कि फस्ट ऑफ ऑल मैं इहदे ते किया आर प्रिस्क्राइब्ड पैसिव लगाया मैं प्रेजेंट डेफिनेट दा टू
मैन एंड वूमेन रिस्पैक्टिवली मतलब एक स्ट्रक्चर चेंज कर दिता अपने टेंस की फॉर्म चेंज कर दी। पब्लिक ऑफ अमेरिका जिथे मैं यूनाइटेड स्टेट लिखा से उत्थे मैं अमेरिका यूज़ कर दिता। यूज टू टेक इन्नियां कर दियाँ डेली कर दियाँ। क्वाइट हायर कंपैरिजन जिहदा कि काफ़ी ज़्यादा आ सुजैसटेड दे नालों मतलब इत्थे कंपैरिजन आप कर सकते सी आपने उत्ते कंपैरिजन किया। फॉलोज मतलब ये नाल ही थोड़ा नीचे गया ये तो बट फॉलो इनू ही किया उन्हें विद इन्ने। फिर पर डे मतलब ये मैं जस्ट इंडेफिनेट लगाया फॉलोज वाला स्ट्रक्चर लगाया। फॉलोज इतने वर्ब लगाई मैं तो इंडेफिनेट यूज़ कर दिता। फिर उस तो बाद फिर तो मैं इतने पैसिव बनाया कंज्यूम्ड बाय डवैलर्स जिहड़े उत्थों के लोग रहने वाले डवैलर्स उन्होंने आप कहते हैं सिटीजनस डवैलर्स रेजिडेंट्स पीपल पब्लिक। फिर उस तो बाद इनटेक ऑफ कैलोरीज ये मैं की किया अगे ले आंदा इनू। फिर उस तो बाद इज़ अप टू द लिमिट तक ही आ स्टेटमेंट लगा दी आपने। फिर उस तो बाद रिपब्लिक ऑफ ए तो आपने कर लिया। फिर उस तो बाद मैं किया आर दी मिनीमम इंटरस्टेड। आर दी मिनीमम मतलब मैंने पता सब तो घट इंटरस्ट इन्होंने शो किया करके मैं दी मिनीमम लिखा। मिनीमम इंटरस्टेड सीगे ये विद मोर कैलोरीज दे घट फूड खाते सी कैलोरीज वाला जिदे करके कि माल नरिश्ड सीगे। ये भी एक वोकैबलरी का वर्ड है ये भी आपको एग्जामिनर को पता लग जूगा कि आपको पता है स्पैसीफिक वोकैबलरी है। ये आप वोकैबलरी कुछ इनकॉर्पोरेट नहीं की हैगी जस्ट अपने को स्पैसीफिक वोकैबलरी जी अपनी टास्क के नाल रिलेट होंगी सी अपने सिर्फ वही वोकैबलरी लिखी है। ये बैंड बूस्टर होंगी है जे आप उदा कोई भी वोकैबलरी लिख देंगे उहदे ना बैंड इनक्रीज होने की बजाय डिक्रीज हो जानी सी। हुण उस तो अगे रेशियो ऑफ ओबीज्ड सिटीजनस ठीक है। फिर मैं दूजा पैराग्राफ स्टार्ट करने के लिए मैं ये लिख दिता अमेरिका स्टूड एट दी टॉप मतलब सब तो ज़्यादा एट दी टॉप मैक्सीमम लिखने की बजाय मैं कि लिखा स्टूड एट दी टॉप जिथे कि इन्ने % वर रिकॉर्डेड। पैसिव बनाया आपने बीइंग ओवरवेट ये भी एक की कॉलोकेशन है बीइंग ओवरवेट भी उत्थे लोगों तक कि भार ज़्यादा सीगा। लिटल डिफरेंस भी बहुत घट डिफरेंस मैनू पता है मैं देखा उत्थे कि घट डिफरेंस सीगा तां करके मैं यही यूज़ किया। वॉज नोटिस्ड मतलब ये भी देखा गया पैसिव बनाया आपने। प्रपोर्शन ऑफ ओबेसिटी प्रपोर्शन रेशो की जगह तो आपने लिखा अमंग इटैलीयन एंड ब्रिटिशर्स। मैं पीपल लिखने की बजाय मैं उन्होंने नैशनैलिटीज़ को लिख के रिप्रजेंट कर दिता ताकि अपने को चेंज होंदा रहे हमेशा आपको वार वार उही चीज़ां ना लिखनियां पैन। विद 5% प्रॉपर मैं प्रपोर्शन दसी है। इन्ने 43% 30% पीपल वर फॉलिंग मतलब पास्ट इंडेफिनिट पास्ट कंटीन्यूज आपने यूज़ किया। वर फॉलिंग कंटीन्यूज भी उन्होंने पता लग जूगा कि इन्हों पता है भी किहड़े टेंस आप लगा सकते हैं। फिर इन्ना तो जोड़ा कि सीगा रिस्पैक्टिवली वाला साइन आपने फिर तो यूज़ कर लिया दोबारा तो। ये सीगा होल टास्क जिहदे विच आई थिंक कि 7 अबव बैंड्स आ सकते हैं आराम दे नाल क्योंकि आपने बिल्कुल सही लिखा कोई स्पैलिंग मिसटेक्स नहीं कितियां कोई ग्रामर मिसटेक्स नहीं कितियां। वोकैबलरी आपने बहुत वधिया यूज़ की जिहड़ी कि टास्क दे नाल रिलेट करती सी। रैलेटिव वोकैबलरी है सारी कुछ आपने धक्के नाल कुछ इनकॉर्पोरेट नहीं करने की कोशिश की कुछ ऑफ टॉपिक नहीं गए आप कंपैरिजनस भी किया समराइज भी की इनफॉर्मेशन जिथे जो चीज़ चाहिए सी कंपैरिजन वाले स्ट्रक्चर भी आप लगाए आ रिस्पैक्टिवली वाले स्ट्रक्चर भी लगाए आ। वोकैबलरी नूं भी आप चंगे तरीके नाल रिप्रजेंट किया। कोहेरेंस एंड कोहीजन भी है स्ट्रक्चर भी हैगा इहदा पहला इंट्रोडक्शन फिर ओवरऑल फिर दोनों पैराग्राफ्स तो आपने कुछ मिसलीड नहीं करता टास्क सारा प्रॉपरली आपने एक्सप्लेन किया है। जे तुहानूं मेरी वीडियो थोड़ी जिन्नी भी वधिया लगे हो प्लीज़ इनू लाइक करियो तो शेयर कर दिओ अपने फ्रेंड्स नाल जिहड़े भी आयल्स कर रहे हैं या फिर जिन्हों का भी आयल्स का एग्जाम हैगा क्योंकि इवें दे टास्क आपां नूं आउंदे रहिंदे आयल्स दे विच। ये कोई नवा टास्क सीगा तां करके मैनूं लगा कि मैं एक्सप्लेन कर देवां तां मैं तुहानूं एक्सप्लेन किया है। नाल दे नाल जे तुसीं मेरा चैनल नहीं सबसक्राइब किया इनू सबसक्राइब कर लो इदां दीयां होर वीडियोज़ देखने के लिए बैल आइकन प्रेस कर दिओ ताकि मैं जो भी कोई नवी वीडियो करा अपलोड तुहानूं नोटिफिकेशन मिल जाए। थैंक्स फॉर गिविंग मी अ प्रीशियस टाइम गाइज एंड हैव अ नाइस डे। तो जे तुहानूं कोई भी टास्क औखा लगता है तुसीं मैनूं कमेंट बॉक्स दस सकते हैं मैं उहदे ते वीडियो जरूर बनाऊँगी ताकि तुहानूं उहदे लई आसानी हो जाए। थैंक्स फॉर गिविंग मी अ प्रीशियस टाइम गाइज एंड हैव अ नाइस डे।